ਜਿਹੜੀ ਇਹ ਬੀਜੇਪੀ ਦੀ ਸਰਕਾਰ ਹੈ, ਮੋਦੀ ਦੀ ਸਰਕਾਰ ਹੈ, ਹਮੇਸ਼ਾ ਹੀ ਲਾਸ਼ਾਂ ਦੇ ਨਾਂ ਤੇ ਰਾਜਨੀਤੀ ਕਰਦੀ ਰਹੀ ਹੈ। ਪੁਲਵਾਮਾ ਦੇ ਵਿੱਚ ਉਹਨੇ ਹਮਲਾ ਕਰਾਇਆ, ਸਾਡੇ ਫੌਜੀ ਭਰਾ ਮਰਵਾ ਕੇ ਉਦੋਂ ਬਾਅਦ ਚ ਉਹਨਾਂ ਨੇ ਇਲੈਕਸ਼ਨ ਜਿੱਤੇ ਤੇ ਉਸ ਤੋਂ ਬਾਅਦ ਕਰੋਨਾ ਦੀ ਜਿਹੜੀ ਫਸਟ ਵੇਵ ਕ੍ਰੀਏਟ ਕੀਤੀ ਸੀ ਉਹਦੇ ਵਿੱਚ ਉਹਨੇ ਸੀਏ ਦਾ ਐਨਆਰਸੀ ਦਾ ਪ੍ਰੋਟੈਸਟ ਖਤਮ ਕਰ ਦਿੱਤਾ। ਅੱਜ ਜਦੋਂ ਦਿੱਲੀ ਦੇ ਬਰੂਹਾਂ ਤੇ ਆਪਾਂ ਬੈਠੇ ਹੋਏ ਆ ਤੇ ਦਿੱਲੀ ਸਰਕਾਰ ਜਾਂ ਸੈਂਟਰ ਸਰਕਾਰ ਰਾਜਨੀਤੀ ਉਹ ਲਾਸ਼ਾਂ ਤੇ ਕਰਨ ਲੱਗੀ ਹੋਈ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਸੰਯੁਕਤ ਮੋਰਚਾ ਚਾਹੇ ਉਹ ਆਕਸੀਜਨ ਦੀ ਕਮੀ ਹੋਵੇ ਉਹ ਪੂਰੀ ਕਰਨ ਲਈ ਵਾਜਿਬ ਕਦਮ ਉਠਾਏ, ਚਾਹੇ ਉਹ ਲਾਸ਼ਾਂ ਦੇ ਸੰਸਕਾਰ ਲਈ ਵਲੰਟੀਅਰ ਦੇਣੇ ਹੋਣ। ਇਹ ਨਹੀਂ ਸੰਯੁਕਤ ਮੋਰਚੇ ਨੂੰ ਅਸੀਂ ਕਵਾਂਗੇ ਨਹੀਂ ਮੈਂ ਪਹਿਲਾਂ ਤੁਰੂੰਗਾ, ਅਸੀਂ ਤੁਰਾਂਗੇ। ਦਿੱਲੀ ਸਰਕਾਰ ਨੂੰ ਪ੍ਰਪੋਜ਼ਲ ਦਈਏ ਕਿ ਹਾਂ ਅਸੀਂ ਇੰਨੀ ਕੁ क्षमता ਰੱਖਦੇ ਹਾਂ, ਚਾਹੇ ਉਹ ਅਸੀਂ ਵਲੰਟੀਅਰ ਭੇਜ ਸਕਦੇ ਹਾਂ, ਅਸੀਂ ਲੰਗਰ ਲਾ ਸਕਦੇ ਹਾਂ, ਤੁਸੀਂ ਸਾਨੂੰ ਦੱਸੋ ਸਾਡੇ ਤੋਂ ਕੀ ਮਦਦ ਚਾਹੀਦੀ ਆ, ਉਹ ਅਸੀਂ ਕਰਨ ਲਈ ਤਿਆਰ ਹਾਂ। ਸੰਯੁਕਤ ਮੋਰਚੇ ਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਵੀ ਸੈਂਟਰ ਸਾਡੇ ਨਾਲ ਜਿਹੜੀਆਂ ਚਾਲਾਂ ਚੱਲਦੀ ਪਈ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੰਚ ਤੇ ਬੈਠੇ ਹੋਏ ਸਾਰੇ ਹੀ ਸਤਿਕਾਰਯੋਗ ਆਗੂ ਤੇ ਪੰਡਾਲ ਦੇ ਵਿੱਚ ਬੈਠੀਆਂ ਹੋਈਆਂ ਸੰਗਤਾਂ, ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿੱਲੀ ਦੇ ਬਾਰਡਰਾਂ ਦੇ ਉੱਤੇ ਆਪਾਂ ਨੂੰ ਇਹ ਸੰਘਰਸ਼ ਲੜਦਿਆਂ ਨੂੰ 150 ਦਿਨ ਦੇ ਕਰੀਬ ਹੋ ਚੁੱਕੇ ਆ, ਪਰ ਸਰਕਾਰ ਫੇਰ ਵੀ ਆਪਣੀ ਗੱਲ ਸੁਣਨ ਦੀ ਜਗ੍ਹਾ ਤੇ ਆਪਣੀਆਂ ਚਾਲਾਂ ਚੱਲਣ ਲਈ ਮਜਬੂਰ ਕਰ ਰਹੀ ਹੈ ਆਪਾਂ ਨੂੰ ਕਿ ਇਹ ਸੰਘਰਸ਼ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ। ਉਹ ਮੈਂ ਕਿਉਂ ਕਹਿ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਗੱਲ ਹਜੇ ਵੀ ਉਹ ਚੱਲ ਰਹੀ ਹੈ, ਆਪਰੇਸ਼ਨ ਕਲੀਨ ਦਾ ਬੜਾ ਮੁੱਦਾ ਉੱਠਿਆ ਸੀਗਾ। ਉਹਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਕੀ ਸਮਝਦੇ ਆ ਕਿ ਸਰਕਾਰ ਆਪਰੇਸ਼ਨ ਕਲੀਨ ਏਦਾਂ ਆ ਕੇ ਕਰ ਜੂਗੀ ਕਿ ਆਓ ਅਸੀਂ ਤੁਹਾਨੂੰ ਆ ਕੇ ਠਾਉਣ ਲੱਗਿਆ, ਉੱਠੋ ਤੇ ਤੁਸੀਂ ਉੱਠ ਕੇ ਚਲੇ ਜਾਓ। ਨਹੀਂ, ਜਿਹੜੀ ਸਰਕਾਰ ਅੱਜ ਜਿਹੜਾ ਦਿੱਲੀ ਦੇ ਵਿੱਚ ਹਾਲਾਤ ਬਣਾ ਰਹੀ ਹੈ, ਆਪਾਂ ਟੀਵੀ ਦੇ ਉੱਤੇ ਵੇਖ ਰਹੇ ਆ, ਲਾਸ਼ਾਂ ਨੂੰ ਸਾੜਨ ਲਈ ਜਗ੍ਹਾ ਨਹੀਂ ਹੈਗੀ। ਉੱਥੋਂ ਦੇ ਜਿਹੜੇ ਸਿਵੇ ਨੇ ਉਹਦੇ ਵਿੱਚ ਸੈਂਕੜਿਆਂ ਦੇ ਹਿਸਾਬ ਤੇ ਲਾਸ਼ਾਂ ਬਲ ਰਹੀਆਂ ਨੇ। ਜੇ ਕਿਤੇ ਆਪਾਂ ਇਹ ਸਮਝ ਲੈਣਾ ਕਿ ਉਹ ਅੱਗ ਗੁਆਂਢ ਦੀ ਅੱਗ ਹੈ ਤਾਂ ਉਹ ਸਾਡਾ ਸਭ ਤੋਂ ਵੱਡਾ ਵਹਿਮ ਹੋਊਗਾ, ਕਿਉਂਕਿ ਉਹ ਅੱਗ ਦਾ ਸੇਕ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਤੱਕ ਪਹੁੰਚ ਜਾਣਾ ਹੈ। ਸਰਕਾਰ ਜਿਹੜੀ ਇਹ ਬੀਜੇਪੀ ਦੀ ਸਰਕਾਰ ਹੈ, ਮੋਦੀ ਦੀ ਸਰਕਾਰ ਹੈ, ਹਮੇਸ਼ਾ ਹੀ ਲਾਸ਼ਾਂ ਦੇ ਨਾਂ ਤੇ ਰਾਜਨੀਤੀ ਕਰਦੀ ਰਹੀ ਹੈ। ਪੁਲਵਾਮਾ ਦੇ ਵਿੱਚ ਉਹਨੇ ਹਮਲਾ ਕਰਾਇਆ, ਸਾਡੇ ਫੌਜੀ ਭਰਾ ਮਰਵਾ ਕੇ ਉਦੋਂ ਬਾਅਦ ਚ ਉਹਨਾਂ ਨੇ ਇਲੈਕਸ਼ਨ ਜਿੱਤੇ ਤੇ ਉਸ ਤੋਂ ਬਾਅਦ ਕਰੋਨਾ ਦੀ ਜਿਹੜੀ ਫਸਟ ਵੇਵ ਕ੍ਰੀਏਟ ਕੀਤੀ ਸੀ ਉਹਦੇ ਵਿੱਚ ਉਹਨੇ ਸੀਏ ਦਾ ਐਨਆਰਸੀ ਦਾ ਪ੍ਰੋਟੈਸਟ ਖਤਮ ਕਰ ਦਿੱਤਾ ਤੇ ਅੱਜ ਉਹ ਸਰਕਾਰ ਇੱਕ ਨਵੀਂ ਚਾਲ ਚੱਲਣ ਲਈ ਤਿਆਰ ਹੈ। ਦਿੱਲੀ ਦੇ ਵਿੱਚ ਤੇ ਦੂਸਰੀ ਕੋਵਿਡ ਵੇਵ ਜਿਹੜੀ ਇੱਕ ਮਹਾਮਾਰੀ ਦਾ ਨਾਂ ਦਿੱਤਾ ਗਿਆ, ਅਸੀਂ ਇਹਨੂੰ ਡਿਨਾਈ ਨਹੀਂ ਕਰਦੇ ਹੈਗੇ, ਹਾਂ ਉਹ ਬਿਮਾਰੀ ਹੋਊਗੀ, ਪਰ ਸਰਕਾਰ ਜਿੰਨਾ ਉਸ ਨੂੰ ਵਧਾ ਕੇ ਵਿਖਾ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਹੈ? ਇਸ ਫਾਰਮਰ ਪ੍ਰੋਟੈਸਟ ਜਿਹੜਾ ਕਿ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ ਉਹਨੂੰ ਖਤਮ ਕਰਨਾ, ਉਹਦੇ ਪਿੱਛੇ ਇੰਨਾ ਵਿਖਾਵਾ ਕਰਨਾ ਸਰਕਾਰ ਦੀ ਮਨਸ਼ਾ ਕੀ ਹੈ? ਇਸ ਅੰਦੋਲਨ ਨੂੰ ਕੱਲ ਨੂੰ ਜਦੋਂ ਉਹ ਇੱਥੋਂ ਸਾਨੂੰ ਉਠਾਉਣ ਆਉਣਗੇ ਤੇ ਸਾਡੇ ਲਈ ਕਿਸੇ ਨੇ ਸਾਡੇ ਨਾਲ ਨਹੀਂ ਖੜਨਾ ਹੈਗਾ, ਕਿਉਂ? ਲੋਕਾਂ ਦੀਆਂ ਆਪਦੀਆਂ ਪ੍ਰੋਬਲਮ ਆਪਣੇ ਤੋਂ ਵੱਡੀਆਂ ਬਣੀਆਂ ਹੋਈਆਂ ਨੇ। ਹੁਣ ਅਸੀਂ ਉੱਥੇ ਕਰ ਕੀ ਸਕਦੇ ਹਾਂ, ਸਾਨੂੰ ਇਹ ਸੋਚਣ ਦੀ ਲੋੜ ਹੈ। ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਾਂਗਾ, ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਿਆ ਆਗੂਆਂ ਦੇ ਜ਼ਰੀਏ, ਪਰ ਮੈਂ ਪਹਿਲਾਂ ਚਾਹੁੰਦਾ ਨਹੀਂ ਸੀ ਹੈਗਾ ਕਦੇ ਵੀ ਪਬਲਿਕ ਪਲੇਟਫਾਰਮ ਤੇ ਬੋਲਣਾ, ਕਿਉਂਕਿ ਉਹਦੇ ਆਪਦੇ ਕੁਝ ਫਾਇਦੇ ਤੇ ਨੁਕਸਾਨ ਹੁੰਦੇ ਨੇ। ਮੇਰਾ ਕੀ ਰਸਤਾ ਸੀ, ਮੈਂ ਨਿੱਜੀ ਤੌਰ ਤੇ ਜਿਨ੍ਹਾਂ ਨੂੰ ਵੀ ਮਿਲਿਆ ਜਾਂਦਾ ਸੀ ਉਹਨਾਂ ਦੇ ਅੱਗੇ ਜਾ ਕੇ ਬੇਨਤੀਆਂ ਕਰਦਾ ਹੁੰਦਾ ਸੀਗਾ, ਕਦੇ ਪਬਲਿਕ ਪਲੇਟਫਾਰਮ ਤੇ ਨਹੀਂ ਬੋਲਿਆ। ਪਰ ਅੱਜ ਮਜਬੂਰੀ ਬਣੀ ਹੋਈ ਹੈ ਕਿਉਂਕਿ ਲੋੜ ਹੈ ਅੱਜ ਸਾਨੂੰ ਜੋ ਚੀਜ਼ਾਂ ਕਰਨ ਦੀ, ਜੋ ਸਮਝਦੇ ਆ ਇਸ ਸੰਘਰਸ਼ ਨੂੰ ਬਚਾਉਣ ਵਾਸਤੇ ਸੰਯੁਕਤ ਮੋਰਚੇ ਨੂੰ ਉਹ ਚੀਜ਼ਾਂ ਕਰਨ ਦੀ ਲੋੜ ਹੈ, ਤਾਂ ਮੈਂ ਇਹ ਬੋਲਣ ਲੱਗਿਆ। ਉਹ ਗੱਲਾਂ ਕੀ ਨੇ? ਵੇਖੋ 26 ਜਨਵਰੀ ਨੂੰ ਜੋ ਅਸੀਂ ਕੀਤਾ ਸੀਗਾ ਉਹ ਭਾਵੇਂ ਗਲਤ ਨਹੀਂ ਸੀ ਹੈਗਾ, ਲਾਲ ਕਿਲੇ ਤੇ ਝੰਡਾ ਚੜਾਉਣਾ,
पर उन्होंने सरकार ने उस नूं इन्ना गलत तरीके नाल पेश किया कि अज उहदे नाल साडा संघर्ष मुदड़े मूँह डिग पिया। असी आपस दे विच एक दूजे दे उत्ते उंगलां चुकन लग गए। हालांकि पहला वो उंगलां मोदी वल हुंदियां सी, फिर साडियां वो उंगलां एक दूजे ते हो गईयां। असी उस सरकार दी वो चाल नहीं समझण नूं कामयाब नहीं होए। अज सानू की करना चाहिए जो सरकार ने वो हालात बनाए ने, एक तो साडा ये फर्ज बनता है। वेखो ये संघर्ष है, भावें पूरे देश का संघर्ष है, पर पंजाब हरियाणा जिहड़ा महा पंजाब है वो इस संघर्ष का मोहरी है। ते जदों भी किते भी भीड़ पई है असी हर किसी की मदद की है, चाहे वो दुश्मन ही होवे। ते अज जो दिल्ली के बरूहां ते आपां बैठे हुए आ ते दिल्ली सरकार या सेंटर सरकार राजनीति वो लाशां ते करन लगी हुई है, तो साडा फर्ज बनता है कि संयुक्त मोर्चा चाहे वो ऑक्सीजन की कमी होवे वो पूरी करन लई वाजिब कदम उठाए, चाहे वो लाशां दे संस्कार लई वलंटियर देने होण। ये नहीं संयुक्त मोर्चे नूं असीं कहांगे नहीं मैं पहला तुरूंगा, असीं तुरांगे, क्योंकि देखो मौत तो नहीं डर लगता हैगा। जे इस संघर्ष लई जान चाहे वो गोली खा के देनी पवे, चाहे वो सेवा करदिआं देनी पवे, असीं तैयार आ। कल्ला मैं नहीं, बड़े बैठे नौजवान, चाहे बाद च उन्हां नूं हुल्लड़बाजी कह दिता जांदा, वो अज भी आगूआं दे मगर खड़े आ, जाना कुर्बान करन लई खड़े आ। क्यों? क्योंकि सानू सियासत नहीं करनी आउंदी हैगी, सानू सिर्फ जाना देनियां आउंदियां ने। वो साडियां तुसीं कदों भी जाना लै सकदे हो, ये है भी तुसीं ओहनूं सार्थक तरीके नाल लओ। ते मैं अपनी गल ते आउणा। दूजी चीज़ की है भी असी दिल्ली सरकार नूं प्रपोजल दईए कि हाँ साडे असी इन्नी क्षमता रखते हैं, चाहे वो असी वलंटियर भेज सकते हैं, असी लंगर ला सकते हैं, तुसीं सानू दसो साडे तो की मदद चाहिए आ, वो असी करन लई तैयार हाँ। उहदे लई सिर्फ ये नहीं हैगा कि असी जाके सिर्फ सरकार दे कोल जाके मीटिंग कर आईए जां आपां इन्हां नाल प्रशासन नाल मीटिंग कर आईए। प्रशासन नाल जे तुसीं मीटिंग करोगे ना, उन्होंने कदे तुहानूं पब्लिक प्लेटफॉर्म ते नहीं आउण देना हैगा। वो गल्लां सिर्फ तुहाडे तक सीमित रह जाणियां ने। दुनिया दे विच मैसेज पहुंचाउणा है ना एक काम करके, असी वो नहीं पहुंचना हैगा। सो जिस तरीके नाल सरकार काम करती है, जे मोदी किते सफाई लई झाड़ू भी मारदा हुंदा ना, 500 कैमरे लगे हुंदे ने उहदे मगर, है ना। ते जे असी कोई काम करना तो वो प्रॉपर तरीके नाल असी प्रैस कॉन्फ्रेंस कर सकते हैं, उदां दे तरीके असी करिए। ते दूसरी गल, कई बारी जे आगू जां संयुक्त मोर्चा ये कहंदा भी साडे कोले फंडां दी घाट है, तो अपने पिछे कौम खड़ी है, सिख कौम जिन्हें कदे मूँह नहीं मोड़िया हैगा। तुसी एक बारी एक जथेबंदियां दा जिहड़ा साडे ओ लग्या होया, मैं शायद गलत शब्द कहूँगा, छज लमकदा पिया, मगर उहनूं सानूं उतार के कहना पऊगा भी अज संयुक्त मोर्चे नूं लोड़ है मदद दी, ते पूरी कौम मगर खड़ जू। क्यों? क्योंकि ਜਿਹੜੀਆਂ ऑर्गेनाइजेशनस कल साडे लई संयुक्त मोर्चे के अंडर काम कर रही सी, अज वो इंडिविजुअली अपना काम करदियां पईयां ने, ते वो ये भी कहिंदियां ने संयुक्त मोर्चा सानू नीड दसे की है, असीं वो हर चीज़ करन लई तैयार आ। ते सानू समझना चाहिए भी जिहड़ी सरकार ने साडे लई फंदा तैयार कीता होया ये महामारी दे नां ते, असीं ओनूं कोशिश करिए वो सरकार दे ही गल दे विच पा दईए। स्टेट सैकटरी साहब खड़े हो गए ने, पर मैं माफ़ी चाहांगा, मैनूं बोलण लई होर समां चाहीदा नहीं। लिमिट बाबा जी वेखो, जे ये स्टेज ते बोलण लई जे कहिए ना भी हाँ हर किसी हक की गल करिए जां किसी दे, तां जदन मैं अडानिया की ट्रेन रोकी सीगी, अद्धा घंटा कल्ला खड़े असीं उहदे अगे, अद्धा घंटा। नहीं 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 लेके बाबा जी बहुत बार दे चुकी मैं। बेनती है एक बेनती होर, एक दो बेनतियां कर लैण दो मैनूं। दूसरी बेनती, 2-3 दिन पहला एक घटना वापरी सीगी, साडे कुछ नौजवान इकट्ठे होके साडे आगूआं कोल कुछ मंगां लैके गए सीगे। हालांकि उहदे बारे कदे कोई गल नहीं होई हैगी ना न्यूज़ चैनलों ते, मैं करनी नहीं सी चाहुंदा हैगा, पर एक साडे ही इन्हां आगूआं दे विचों एक वक्री स्टेज दे लगी, स्टेज दे उत्ते कल उस संदर्भ दे विच कुछ गल्लां होईयां, तां मैं बोलन लग्या। वो गल्लां की होईयां, वो आगू मेरे बड़े सत्कारयोग ने, मैं निजी तौर ते वो भी मैनूं जाणदे ने ते मैं भी उन्हां नूं जाणदा। ये नहीं हैगा कोई मेरी उन्हां नाल कोई ये नहीं कोई कि मैं उन्हां नूं समझदा नहीं हैगा, पर जिहड़ियां कल गल्लां होईयां उन्हां दे द्वारा उन्हां नूं लैके ही मैं कुछ कहना चाहुंदा। जे नौजवान तुहाडे कोल कोई फरियादां लैके आए सी, भावें उन्हां दा तरीका गलत हो सकदा, पर नौजवान वो तुहाडे ही ने,
ਅੱਜ ਤੱਕ ਉਹਨਾਂ ਨੇ ਤੁਹਾਨੂੰ ਹੀ ਆਗੂ ਮੰਨਿਆ। 5 ਮਹੀਨੇ ਸੰਘਰਸ਼ ਚੱਲਦਿਆਂ ਨੂੰ ਦਿੱਲੀ ਦੇ ਵਿੱਚ ਹੋ ਗਏ ਨੇ ਤੇ ਉਦੋਂ ਪਹਿਲਾਂ 5-6 ਮਹੀਨੇ ਪੰਜਾਬ ਦੇ ਵਿੱਚ ਇਹ ਸੰਘਰਸ਼ ਚੱਲ ਚੁੱਕਿਆ ਹੈ। ਜੇ ਅਸੀਂ ਟ੍ਰੇਨਾਂ ਰੋਕੀਆਂ ਸੀ ਨਾ, ਮੈਂ ਆਪਣਾ ਨਾਂ ਨਹੀਂ ਸੀ ਲਿਆ ਹੈਗਾ, ਜਥੇਬੰਦੀਆਂ ਦਾ ਨਾਂ ਲਿਆ ਸੀ ਹਾਂ ਕਿ ਜਥੇਬੰਦੀਆਂ ਦਾ ਕੋਈ ਨਾਂ ਤੇ ਆਂਚ ਨਾ ਆ ਜੇ, ਉਹ ਕਦਮ ਤਾਂ ਚੁੱਕੇ ਸੀ। ਤੇ ਮੇਰੇ ਵਰਗੇ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਲਾਈਆਂ ਸੀਗੀਆਂ ਇਦਾਂ ਦੇ ਕੰਮ ਕਰਨ ਦੇ ਵਿੱਚ। ਤੇ ਉਹ ਆਗੂ ਕੀ ਕਹਿ ਦਿੰਦੇ ਨੇ ਕਿ ਹਾਂ ਪਹਿਲਾਂ ਤਾਂ ਉਹਨਾਂ ਨੇ ਬੜੀ ਸਾਡੇ ਅੱਗੇ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਜਦੋਂ ਡਾਂਗਾ ਲੈ ਕੇ ਆ ਗਏ ਤੇ ਫਿਰ ਉਹ ਚੁੱਪ ਚਪੀਤੇ ਚਲੇ ਗਏ। ਨਹੀਂ, ਸੱਚਾਈ ਕੁਝ ਹੋਰ ਸੀਗੀ। ਉਹ ਨੌਜਵਾਨ ਆਏ ਜ਼ਰੂਰ, ਉਹਨਾਂ ਨੇ ਤੁਹਾਡੇ ਅੱਗੇ ਬੇਨਤੀਆਂ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਆਗੂਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਮਝ ਗਏ ਸੀਗੇ। ਜੇ ਸਮਝ ਕੇ ਕਿਸੇ ਨੇ ਆਪਣੀ ਗੱਲ ਮੰਨ ਲਈ ਤਾਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਸਾਡੀਆਂ ਡਾਂਗਾਂ ਤੋਂ ਡਰ ਗਏ ਆ। ਜਦੋਂ ਆਪਾਂ ਸਰਕਾਰ ਨਾਲ ਗੱਲ ਕਰਨ ਲੱਗਿਆ ਕਹਿੰਦੇ ਆ ਕਿ ਹਾਂ ਸਾਨੂੰ ਨਿਮਰਤਾ ਨਾਲ ਚੱਲਣਾ ਚਾਹੀਦਾ, ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ, ਤੇ ਫਿਰ ਅਸੀਂ ਆਪਣੇ ਅੱਗੇ ਡਾਂਗਿਆਂ ਦੇ ਕਿਉਂ ਵਿਖਾਵੇ ਕਰਦੇ ਪਏ ਆ। ਦੂਸਰੀ ਬੇਨਤੀ ਇੱਕ ਉਹਨਾਂ ਨੇ ਹੋਰ ਗੱਲ ਕੀਤੀ ਸੀ ਕਿ ਇਹਦੇ ਪਿੱਛੇ ਬੜੀਆਂ ਤਾਕਤਾਂ ਦਾ ਹੱਥ ਹੈ, ਬੜੀਆਂ ਤਾਕਤਾਂ ਦਾ ਹੱਥ ਹੈ। ਉਹਨਾਂ ਨੇ ਖਾਲਿਸਤਾਨੀ ਕਿਹਾ ਸੀ। ਖਾਲਿਸਤਾਨੀ ਕੌਣ ਨੇ? ਹਾਂ, ਜੇ ਅੱਜ ਰੱਬ ਨਾ ਕਰੇ ਇਹ ਸੰਘਰਸ਼ ਕਿਸੇ ਤਰ੍ਹਾਂ ਹਾਰਿਆ, ਸਾਡੇ ਕੋਲ ਕੀ ਰਾਹ ਰਹਿ ਜਾਊਗਾ? ਖਾਲਿਸਤਾਨੀ ਪਤਾ ਕੌਣ ਨੇ? ਉਹ ਨੇ ਜਿਹੜੇ ਅੱਜ ਤੋਂ ਪਹਿਲਾਂ ਫੈਡਰਲ ਸਟੇਟ ਦੀ ਮੰਗ ਕਰਦੇ ਸੀ। ਉਹ ਸਟੇਟ ਜਿੱਥੇ ਸੈਂਟਰ ਨਾਲੋਂ ਹੱਕ ਸਟੇਟਾਂ ਕੋਲੇ ਵੱਧ ਹੋਣ, ਪਰ ਜਦੋਂ ਸਰਕਾਰ ਨੇ ਉਹਨਾਂ ਨੂੰ ਕੁਚਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਉਹ ਰਾਹ ਫੜਿਆ ਸੀ। ਤੇ ਇਹ ਰਾਹ ਕਮਿਊਨਿਸਟਾਂ ਨੇ ਵੀ ਫੜਿਆ ਸੀ 1968 ਤੋਂ ਲੈ ਕੇ 74 ਤੱਕ। ਹਰੇਕ ਉਹ ਕੌਮ ਜਿਹਦੇ ਨਾਲ ਵਧੀਕੀ ਹੋਈ ਆ ਉਹਨਾਂ ਨੇ ਉਹ ਰਾਹ ਫੜਿਆ ਸੀ। ਮੈਂ ਇਹ ਗੱਲਾਂ ਤਾਂ ਕਰਦਾ ਪਿਆ ਕਿਉਂਕਿ ਦੇਖੋ ਅੱਜ ਤੋਂ ਪਹਿਲਾਂ ਮੈਂ ਕਦੇ ਇਹ ਗੱਲਾਂ ਨਹੀਂ ਕੀਤੀਆਂ ਹੈਗੀਆਂ। ਆਗੂ ਸਾਡੇ ਸਤਿਕਾਰਯੋਗ, ਜਿੱਥੇ ਸਾਨੂੰ ਸਰਕਾਰ ਵੱਲ ਉਂਗਲ ਚੱਕ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ, ਉਹ ਕਿਤੇ ਨਾ ਕਿਤੇ ਗੱਲਾਂ ਕਰ ਦਿੰਦੇ ਨੇ ਆਪਣਿਆਂ ਵੱਲ ਉਂਗਲਾਂ ਚੱਕ ਕੇ। ਸਰਕਾਰ ਉਹ ਚੀਜ਼ ਚਾਹੁੰਦੀ ਹੈ। ਆਪਾਂ ਇਹ ਬੇਨਤੀ ਆ ਤੁਹਾਡੇ ਅੱਗੇ ਭਈ ਇਹ ਕੰਮ ਆਪਾਂ ਨਾ ਕਰੀਏ। ਜਿਹੜਾ ਪਹਿਲਾਂ ਦਾ ਮੇਰਾ ਸੁਝਾਅ ਸੀ, ਦੂਸਰੀ ਮੇਰੀ ਬੇਨਤੀ ਹੈ ਸੰਯੁਕਤ ਮੋਰਚੇ ਨੂੰ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਭਈ ਸੈਂਟਰ ਸਾਡੇ ਨਾਲ ਜਿਹੜੀਆਂ ਚਾਲਾਂ ਚੱਲਦੀ ਪਈ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵੇਖੋ ਹੋ ਸਕਦਾ ਮੇਰਾ ਤਰੀਕਾ ਕਿਸੇ ਨੂੰ ਗਲਤ ਲੱਗਿਆ ਹੋਵੇ, ਮੈਂ ਹਮੇਸ਼ਾ ਹੀ ਮਾਫੀ ਮੰਗ ਲੈਣਾ ਹੁੰਨਾ, ਪਰ ਅੱਜ ਜੇ ਮੈਂ ਕੁਝ ਗਲਤ ਬੋਲਿਆ ਤਾਂ ਮੇਰੀ ਝੋਲੀ ਪਾ ਦਿਓ ਮਾਫੀ। ਮੈਂ ਜਦੋਂ ਕਿਤੇ ਹੋਰ ਕਿਸੇ ਗਲਤੀ ਹੋਈ, ਜਿੱਦਣ ਮੈਨੂੰ ਲੱਗਿਆ ਕਿ ਮੈਂ ਵਾਕਈ ਗਲਤ ਹਾਂ, ਉਦੋਂ ਮੈਂ ਮਾਫੀ ਵੀ ਮੰਗ ਲਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।